ओम शांति सत श्री अकाल जी। मैं अमरजीत कौर दुआ बैंकॉक थाईलैंड तो फिर आप जी दे नाल एक इस कड़ी विच एक ओंकार एक परमात्मा दी इस प्रोग्राम विच जपजी साहिब दे उत्ते गौर कर रहे हाँ, विचार कर रहे हाँ, सिमरन कर रहे हैं, उसकी गहराई नूं समझ रहे, अपने एक्सपीरियंसिस शेयर कर रहे हैं ताकि असी उसनूं जी पाइए। गुरबाणी बणीए दी गल होईए, असी गुरबाणी नूं नीरा पढ़ना नहीं बल्कि उसकी गहराई नूं समझना ते जो गुरु कह रहे हैं उसनूं मनना है ते उसनूं अमल करना है ते उस दे उत्ते अपनी जिंदगी दा बुनियाद बनाना है ताकि जो अकाल पुरख चाहुंदे असी करिए असी उस तरह करा। क्यों? क्योंकि असी सारे आत्मा उस अकाल पुरख दे बच्चे हैं। ये शरीर टैंपरेरी है। असी ਇਹੋ ਜਿਹੀ ਗੱਲਾਂ ਅਸੀਂ ਸੁਣ ਚੁੱਕੇ ਪਿਛਲੇ 1-2 ਐਪੀਸੋਡਸ ਵਿੱਚ ਕਿ ਆਪਾਂ ਇਸ ਸਰੀਰ ਵਿੱਚ ਆਏ ਹਾਂ ਅਤੇ ਇਸ ਸਰੀਰ ਨੂੰ ਛੱਡ ਕੇ ਜਾਣਾ ਹੈ ਅਤੇ ਜਦੋਂ ਅਸੀਂ ਜਾਵਾਂਗੇ ਅਤੇ ਸਾਡੇ ਸਾਰੇ ਰਿਲੇਸ਼ਨਸ਼ਿਪਸ ਨਵੇਂ ਹੋਣਗੇ ਨਵੇਂ ਅਤੇ ਇਸ ਵਾਸਤੇ ਇਹਨਾਂ ਰਿਲੇਸ਼ਨਸ਼ਿਪਸ ਦੇ ਵਿੱਚ ਮੋਹ ਨਹੀਂ ਰੱਖਣੀ। ਉਸ ਅਕਾਲ ਪੁਰਖ ਨੂੰ ਜੋੜ ਕੇ ਸਾਰਿਆਂ ਨੂੰ ਪਿਆਰ ਕਰਨਾ, ਕਿਸੇ ਨੂੰ ਦੋਸ਼ੀ ਨਹੀਂ ਠਹਿਰਾਣਾ। ਤੁਮ ਸਿਓ ਜੋਰ ਅਵਰ ਸੰਗ ਤੋੜ, ਤੁਮ तेरे नाल जोड़ने अवर तोड़। अवर संग तोड़ मतलब मन दे विच आत्मा दे विच सारे कोलों सारे नूं याद नहीं करने क्योंकि जो असी किसी नूं याद करने उस दे नाल उसकी पूरी हिस्टरी उसकी पूरी कैरेक्टर भी याद आ जाती है। तो नॉर्मली मन इन्ना नैगेटिव है कि ज़्यादा किसी नूं याद करांगे तो उसकी नैगेटिव ही पहली आउंदी है। बहुत घट है जरा कि असी किसी नूं याद करिए तो उसकी पॉजिटिव एनर्जी पहला आ जाती है। बहुत घट है क्योंकि मन है ही है इस तरह नीवा। मन नीवा मत उच्ची हैगा तो असी अपने मत नूं फड़ के गुरमत नूं सुन के श्रीमत नूं सुन के अपने मत नूं आपां चुक सकने हाँ। ते इस वास्ते असी अपने मन दे विच दूजियां दे बारे नहीं सोचांगे। मन दे इस स्क्रीन दे उत्ते दूजे दे नाल असी इस शरीर दे विच जीउने बाहरली तौर ते उस दे नाल सेवा करने काम करने वो है मेरा बच्चा है पालना है खाना बनाना है खुआना है पीना है। पर उस अकाल पुरख दे नाल जुड़ के साथ साथ सिमरो गोबिंद उस अकाल पुरख दे नाल जुड़ के समझ दिया कि ये खेड है, ये मैं खेड रही हाँ कि असी सारे दे नाल जो असी कर रहे हैं मतलब जी रहे हैं ये खेड है। जो भी असी कर रहे हैं काम कर रहे हैं पाल रहे हैं बिजनेस कर रहे हैं पढ़ाई कर रहे हैं सेवा कर रहे हैं गुरुद्वारा जा रहे हैं जो भी असी कर रहे हैं जिंदगी विच एक खेड है। तो अंदर की होना है अंदर मन दे स्लेट दे विच मन दे स्क्रीन दे विच सिर्फ तू ही होर कोई नहीं। ਆਪਾਂ ਕਰਮ ਨੂੰ ਸਮਝ ਰਹੇ ਸਾਂ ਜਿਹੜਾ ਮੈਂ ਸਿੱਖਿਆ ਕਰਮ ਦਾ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਕਰਮ 3 ਕਿਸਮ ਦੇ ਹੁੰਦੇ ਨੇ ਅਕਰਮ ਸੁਕਰਮ ਵਿਕਰਮ। ਇਸ ਵੇਲੇ ਦੁਨੀਆ ਦੇ ਕਲਯੁਗ ਦੇ ਅੰਤ ਵਿੱਚ ਅਕਰਮ ਹੋ ਹੀ ਨਹੀਂ ਸਕਦਾ। ਅਕਰਮ ਦਾ ਮਤਲਬ ਅਸੀਂ ਨਾ ਬੁਰਾ ਸੋਚ ਰਹੇ ਹਾਂ ਨਾ ਰੱਬ ਦੇ ਯਾਦ ਵਿੱਚ ਕਰ ਰਹੇ ਹਾਂ ਮਤਲਬ ਨਿਊਟਰਲ। ਇਹ ਅਕਰਮ ਅਸੀਂ ਉਦੋਂ ਕਰਨੇ ਆ ਜਦੋਂ ਅਸੀਂ ਆਪਣੇ ਪਰਮਧਾਮ ਦੇ ਨਿਵਾਸੀ ਅਸੀਂ ਸਾਰੇ ਚਮਕਤੀ ਸਿਤਾਰਾ ਇਹ ਨਜ਼ਾਰਾ ਪਰਮਧਾਮ ਦਾ ਵੀ ਤੁਸੀਂ ਦੇਖ ਲਿਓ। ਇਹ ਮੈਂ ਆਤਮਾ ਅਤੇ ਸਾਰੇ ਚਮਕਦੇ ਸਿਤਾਰੇ ਆਤਮਾएं ਇਕੱਠੇ ਲਾਲ ਸੁਨਹਿਰੀ ਦੇਸ਼ ਵਿੱਚ ਅਸੀਂ ਵਸਨੇ ਹਾਂ। ਇੱਥੇ ਅਸੀਂ ਸਾਰੇ ਅਕਰਮ ਉੱਥੇ ਤਾਂ ਕਰਮ ਹੈ ਹੀ ਨਹੀਂ ਉੱਥੇ ਤਾਂ ਸਰੀਰ ਹੈ ਹੀ ਨਹੀਂ। ਫਿਰ ਅਸੀਂ ਜਦੋਂ ਖੇਡ ਖੇਡਨੇ ਉਹਨਾਂ ਸ੍ਰਿਸ਼ਟੀ ਦੇ ਚੱਕਰ ਵਿੱਚ ਪਹਿਲਾ ਜਨਮ ਵਿੱਚ ਜਿੱਥੇ ਵੀ ਮਰਜ਼ੀ ਅਸੀਂ ਸ਼ੁਰੂ ਕਰੀਏ ਆਪਣਾ ਖੇਡ ਹਰ ਇੱਕ ਆਤਮਾ ਆਪਣਾ ਖੇਡ ਸ੍ਰਿਸ਼ਟੀ ਦੇ ਵਿੱਚ ਅਲੱਗ ਅਲੱਗ ਟਾਈਮ 'ਤੇ ਸ਼ੁਰੂ ਕਰਦਾ। ਇਕੱਠਾ ਅਸੀਂ ਨਹੀਂ ਆਉਂਦੇ ਵਾਪਸ ਅਸੀਂ ਇਕੱਠਾ ਜਾਵਾਂਗੇ ਜਦੋਂ ਵਿਨਾਸ਼ ਹੋਏਗਾ ਸਾਰੇ ਅਸੀਂ ਇਕੱਠਾ ਜਾਵਾਂਗੇ ਪਰ ਅਸੀਂ ਆਉਂਦੇ ਇਕੱਠੇ ਨਹੀਂ। ਜਿਸ ਦੀ ਕਰਮ ਅੱਛੇ ਉਹ ਸਤਯੁਗ ਵਿੱਚ ਆਏਗਾ। ਸਤਯੁਗ ਅਤੇ ਤ੍ਰੇਤਾ ਯੁੱਗ ਸੁਨਹਿਰੀ ਯੁੱਗ ਹੈ। ਉਹ ਰਿਜ਼ਲਟ ਹੈ ਇਸ ਲਾਸਟ ਕਲਯੁੱਗ ਦੇ ਅੰਤ ਦਾ। ਜਿੰਨਾ ਅਸੀਂ ਪਰਮਾਤਮਾ ਨੂੰ ਮਿਲਾਂਗੇ ਇਸ ਜ਼ਿੰਦਗੀ ਵਿੱਚ ਅਸੀਂ ਖੁਸ਼ੀ ਪਾਵਾਂਗੇ ਸੰਤੁਸ਼ਟਤਾ ਪਾਵਾਂਗੇ ਸ਼ਕਤੀ ਪਾਵਾਂਗੇ ਖੁਸ਼ ਰਵਾਂਗੇ। ਸਿਰਫ ਇੰਨਾ ਫਾਇਦਾ ਨਹੀਂ ਹੈਗਾ ਅਗਲਾ ਜਨਮ
ਇੱਕ ਜਨਮ ਦੀ ਗੱਲ ਨਹੀਂ, ਅਗਲੇ ਕਈ ਜਨਮੋਂ ਤੱਕ ਅਸੀਂ ਇਸ ਦੀ ਰਿਜ਼ਲਟ ਪਾਵਾਂਗੇ। ਇਹ ਲੋਟਰੀ ਹੈ, ਇਹ ਬੋਨਸ ਹੈ। ਅਤੇ ਇਹ ਬੋਨਸ ਐਕਚੁਅਲੀ ਇਸ ਯੁੱਗ ਵਿੱਚ ਖੁਸ਼ੀ ਦੀ ਕਮਾਈ ਨਾਲੋਂ ਕਰੋੜ ਗੁਣਾ ਵੱਧ ਕੇ, ਪਰ ਚਲੋ ਅਸੀਂ ਇਸ ਜ਼ਿੰਦਗੀ ਦੇ ਨਾਲ ਜ਼ਿਆਦਾ ਫਸੇ ਹੋਏ ਹਾਂ ਅਤੇ ਚਲੋ ਇਹ ਜ਼ਿੰਦਗੀ ਦੇ ਸਫਲ 100% ਪਾਵਾਂਗੇ। ਪਰ ਬੋਨਸ ਹੈ ਕਿ ਅਗਲਾ ਜ਼ਿੰਦਗੀਆਂ ਵਿੱਚ ਵੀ ਅਸੀਂ ਬਹੁਤ ਖੁਸ਼ੀ ਪਾਵਾਂਗੇ, ਬਹੁਤ ਸੰਤੁਸ਼ਟਤਾ ਪਾਵਾਂਗੇ। ਅਸੀਂ ਪਰਮ ਧਾਮ ਜਾ ਕੇ, ਘਰ ਜਾ ਕੇ, ਮੁਕਤੀ ਧਾਮ, ਨਿਰਵਾਣ ਧਾਮ, ਨਿਰਵਾਣਾ ਜਾ ਕੇ, ਮੁੱਖ ਦੁਆਰ ਜਾ ਕੇ, ਫਿਰ ਆਪਾਂ ਜਦੋਂ ਖੇਡ ਖੇਡਣ ਆਵਾਂਗੇ, ਸੰਪੂਰਨ ਪਵਿੱਤਰ ਆਤਮਾ, ਅਕਾਲ ਪੁਰਖ, ਰੱਬੀ ਰੂਪ ਅਸੀਂ ਖੇਡ ਖੇਡਾਂਗੇ। ਇਹੋ ਤਾਂ ਦੇਵੀ ਦੇਵਤਿਆਂ ਨੂੰ ਅਸੀਂ ਕਹਿੰਦੇ ਹਾਂ ਜਨਮ। ਦੇਵੀ ਦੇਵਤਿਆਂ ਜਨਮ ਮਤਲਬ ਨਇਆ ਆਤਮਾ ਜਦ ਸਰੀਰ ਧਾਰਨ ਕਰਕੇ ਆਉਂਦੇ ਨੇ, ਉਸ ਨੂੰ ਅਸੀਂ ਇਨਸਾਨ ਨਹੀਂ ਕਹਿੰਦੇ ਹਾਂ, ਕਿਉਂਕਿ ਇੰਨੀ ਖੂਬਸੂਰਤ ਇਨਸਾਨ ਹੈ, ਉਸ ਨੂੰ ਅਸੀਂ ਦੇਵੀ ਦੇਵਤਾ ਕਹਿੰਦੇ। ਦੇਵੀ ਦੇਵਤਾ ਇਨਸਾਨ ਸਨ, ਪਰ ਉਹ ਇੰਨਾ ਸੋਹਣਾ ਸਨ, ਇੰਨੇ ਸੋਹਣੇ ਅਵਗੁਣ ਦਾ ਅੰਸ਼ ਵੀ ਨਹੀਂ ਸੀ, ਤਾਂ ਅਸੀਂ ਕਹਿੰਦੇ ਹਾਂ ਉਹ ਅਕਰਮ ਸਨ। ਉਸ ਨੂੰ ਉਸ ਵੇਲੇ ਅਕਾਲ ਪੁਰਖ ਨੂੰ ਯਾਦ ਕਰਨ ਦੀ ਲੋੜ ਨਹੀਂ ਹੈਗਾ। ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਪਰਮ ਧਾਮ ਤੋਂ ਆ ਕੇ ਖੇਡ ਖੇਡ ਰਹੇ ਹਾਂ। ਜਦ ਇਹ ਪਤਾ ਹੁੰਦਾ, ਫਿਰ ਕੋਸ਼ਿਸ਼ ਥੋੜ੍ਹੀ ਕਰਨੀ ਪੈਂਦੀ ਕਿ ਮੈਂ ਅੰਮ੍ਰਿਤ ਵੇਲਾ ਉੱਠ ਕੇ ਯਾਦ ਕਰਾਂ, ਮੈਂ ਉਹ ਬਾਣੀ ਭਰ ਕੇ ਯਾਦ ਕਰਾਂ। ਉਹ ਉਸ ਨੂੰ ਪਤਾ ਹੈ, ਜਿਸ ਨੂੰ ਜੋ ਪਤਾ ਹੈ ਉਸ ਨੂੰ ਥੋੜ੍ਹਾ ਫਿਰ ਯਾਦ ਕਰਨ ਦੀ ਲੋੜ ਹੈ, ਉਹ ਭੁੱਲਿਆ ਹੀ ਨਹੀਂ। ਅਤੇ ਉਸ ਦੇਵੀ ਦੇਵਤਾ ਦੇ ਨਾਲ ਆਪਾਂ ਵੀ ਜੇ ਸਮਝਦੇ ਹਾਂ ਕਿ ਅਸੀਂ ਰੱਬ ਨੂੰ ਯਾਦ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਪਰਮਾਨੰਦ ਰਾਹ 'ਤੇ ਚੱਲ ਰਹੇ ਹਾਂ, ਅਤੇ ਹਰ ਰੋਜ਼ ਆਪਣੇ ਆਪ ਦੀ ਸਫਾਈ ਕਰ ਰਹੇ ਹਾਂ ਪਰਮਾਤਮਾ ਹੁਕਮ ਅਨੁਸਾਰ, ਅਤੇ ਫਿਰ ਯਕੀਨਨ ਆਪਾਂ ਵੀ ਸਤਯੁਗ ਵਿੱਚ ਆਵਾਂਗੇ। ਸਤਯੁਗ ਹੈ ਪੈਰਾਡਾਈਜ਼, ਹੈ ਖੂਬਸੂਰਤ ਦੁਨੀਆ ਜੋ ਕਿ ਇਸ ਧਰਤੀ ਦੇ ਉੱਤੇ, ਕਿਸੇ ਹੋਰ ਧਰਤੀ ਨਹੀਂ ਹੈਗਾ, ਇਹੋ ਧਰਤੀ ਹੈ। ਜੈਸਾ ਆਪੇ ਬੀਜ ਆਪੇ ਖਾਓ, ਜੈਸਾ ਤੂੰ ਬੀਜਿਆ ਉਸਾ ਤੂੰ ਪਾਏਗਾ। ਅਤੇ ਜੇ ਇਸ ਜਨਮ ਵਿੱਚ ਅਸੀਂ ਸਾਰੇ ਦੀ ਗੱਲਾਂ ਨੂੰ ਸਹਿਣ ਕਰ ਲਿਆ, ਮਤਲਬ ਸਹਿਣ ਸ਼ਕਤੀ ਰੱਬ ਨੂੰ ਮਿਲ ਕੇ ਵਧਾ ਲਿਆ, ਅਤੇ ਆਪਣੇ ਆਪ ਨੂੰ ਰੱਬੀ ਗੁਣ ਦੇ ਨਾਲ ਭਰਪੂਰ ਕਰ ਰਿਹਾ, ਅਤੇ ਫਿਰ ਜ਼ਰੂਰ ਉਸ ਸਹਿਣ ਸ਼ਕਤੀ ਦੇ ਨਾਲ, ਅਤੇ ਉਹ ਸਮੇਟਣੇ ਦੀ ਸ਼ਕਤੀ, ਸਾਰੇ ਰੱਬੀ ਸ਼ਕਤੀ, ਰੱਬੀ ਗੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਇਸ ਜਨਮ ਵਿੱਚ ਲਿਆਂਦਾ, ਜ਼ਰੂਰ ਫਿਰ ਅਸੀਂ ਫਲ ਪਾਵਾਂਗੇ ਨਾ ਅਗਲੇ ਜਨਮ ਵਿੱਚ। ਅਤੇ ਜੇ ਅਸੀਂ ਰੱਬੀ ਰੂਪ ਬਣ ਗਏ ਇਸੀ ਜਨਮ ਵਿੱਚ, ਅਤੇ ਰੱਬੀ ਰੂਪ ਵਰਗਾ ਜੇ ਸਾਡਾ ਜਨਮ ਨਹੀਂ ਹੋਏਗਾ। ਪਰ ਇਸ ਕਲਯੁਗੀ ਦੁਨੀਆ ਵਿੱਚ ਕਿੱਥੇ ਰੱਬੀ ਰੂਪੀ ਵਰਗਾ ਕੋਈ ਹੈਗਾ, ਨਹੀਂ ਹੈਗਾ। ਇਸ ਵਾਸਤੇ ਇਹ ਲਾਸਟ ਜਨਮ ਹੈ ਇਸ ਸਾਈਕਲ ਆਫ ਟਾਈਮ। ਸਾਈਕਲ ਆਫ ਟਾਈਮ ਨੂੰ ਆਪਾਂ ਦੇਖੀਏ। ਮੈਂ ਜੋਤੀ ਬਿੰਦੂ ਆਤਮਾ ਪਰਮਧਾਮ ਵਿੱਚ ਰਹਿ ਰਿਹਾ, ਅਤੇ ਫਿਰ ਸਤਯੁਗ ਵਿੱਚ ਖੇਡਣ ਆਉਂਦੇ ਹਾਂ। ਸਤਯੁਗ, ਫਿਰ ਦੁਆਪਰ ਵਿੱਚ ਸਤਯੁਗ ਅਤੇ ਤ੍ਰੇਤਾ ਵਿੱਚ ਖੁਸ਼ੀ ਇਹ ਦਿਨ ਦਾ, ਅਤੇ ਫਿਰ ਰਾਤ ਵਿੱਚ ਚਲੇ ਜਾਂਦੇ ਹਾਂ, ਮਤਲਬ ਕਿ ਰਾਤ ਵਿੱਚ ਚਲੇ ਜਾਂਦੇ, ਮਤਲਬ ਕਿ ਦੁਆਪਰ ਅਤੇ ਕਲਯੁਗ, ਉਹਨੂੰ ਰਾਤ ਕਹਿੰਦੇ। ਸਾਈਕਲ ਆਫ ਟਾਈਮ ਜਿਹੜਾ ਹੈ, ਇਹ ਟਾਈਮ ਤਦ ਅਸੀਂ ਪਹਿਲਾਂ ਕੋਈ ਐਪੀਸੋਡਸ ਵਿੱਚ ਸਾਈਕਲ ਆਫ ਟਾਈਮ ਨੂੰ ਵੀ ਟੱਚ ਕੀਤਾ, ਅਤੇ ਅੱਜ ਫਿਰ ਅਸੀਂ ਗੌਰ ਕਰ ਰਹੇ ਹਾਂ ਕਿ ਸਾਈਕਲ ਆਫ ਟਾਈਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਕਤ ਵਿੱਚ ਅਸੀਂ ਤਾਂ ਆਉਣੇ ਜੇ ਸਾਡਾ ਸਰੀਰ ਹੋਏ, ਸਰੀਰ ਨਾ ਹੋਏ ਫਿਰ ਵਕਤ ਵਿੱਚ ਅਸੀਂ ਨਹੀਂ। ਪਰਮਧਾਮ ਵਿੱਚ ਕੋਈ ਵਕਤ ਦੀ ਲੋੜ ਹੀ ਨਹੀਂ, ਕਿਉਂਕਿ ਅਸੀਂ ਆਤਮਾ ਪਰਮਾਤਮਾ ਨਾਲ ਟਿਕੇ ਹਾਂ। ਜਿੰਨਾ ਮਰਜ਼ੀ ਟਾਈਮ ਗੁਜ਼ਰੇ ਕੀ ਪਤਾ ਹੈ, ਕੋਈ ਫਰਕ ਹੀ ਨਹੀਂ ਪੈਂਦਾ, ਕਿਉਂਕਿ ਨਾ ਅਸੀਂ ਸਰੀਰ ਵਿੱਚ, ਨਾ ਅਸੀਂ ਭੋਗ ਰਹੇ, ਨਾ ਅਸੀਂ ਕਰ ਰਹੇ ਕੁਛ, ਮਤਲਬ ਬਸ ਟਿਕੇ ਆ। ਪਰ ਜਦੋਂ ਅਸੀਂ ਖੇਡਣ ਆਉਂਦੇ ਹਾਂ ਸਤਯੁਗ ਦੇ ਵਿੱਚ ਅਤੇ ਤ੍ਰੇਤਾ ਦੇ ਵਿੱਚ, ਮਤਲਬ ਬਹੁਤ ਖੂਬਸੂਰਤ ਜਨਮ ਹੁੰਦੀ ਹੈ। ਫਿਰ ਦੇਵੀ ਦੇਵਤਾ ਦੇ ਨਾਲ ਅਸੀਂ ਨੱਚਦੇ ਹਾਂ, ਗਾਉਂਦੇ ਹਾਂ, ਇੰਨਾ ਸੋਹਣਾ ਜਨਮ ਅਸੀਂ ਜਿਉਂਦੇ ਹਾਂ, ਕਿਉਂਕਿ ਸਾਡਾ ਫਲ ਹੈ ਜੋ ਸੰਗਮ ਯੁੱਗ ਵਿੱਚ
ਜਿੱਥੇ ਰੱਬੀ ਬਾਣੀ ਚੱਲ ਰਹੀ ਹੈ ਔਰ ਰੱਬ ਖੁਦ ਆਇਆ ਹੋਇਆ ਹੈ ਅਤੇ ਰੱਬ ਖੁਦ ਵਚਨ ਕਰ ਰਿਹਾ ਅਤੇ ਅਸੀਂ ਉਸ ਦੀ ਗੱਲ ਨੂੰ ਸੁਣ ਕੇ ਪਰਮਾਰਥ ਦੇ ਰਾਹ 'ਤੇ ਆਪਣੀ ਰੂਹਾਨੀਅਤ ਸਫਲ ਕਰ ਰਿਹਾ, ਫਿਰ ਅਸੀਂ ਜ਼ਰੂਰ ਦੇਵੀ ਦੇਵਤਾ ਯੁੱਗ ਵਿੱਚ ਪੈਰਾਡਾਈਸ ਵਿੱਚ ਆਵਾਂਗੇ, ਸਤਯੁਗ ਵਿੱਚ ਆਵਾਂਗੇ, ਤ੍ਰੇਤਾ ਯੁੱਗ ਵਿੱਚ ਆਵਾਂਗੇ ਅਤੇ ਖੁਸ਼ੀਆਂ ਨਾਲ ਦੇਵੀ ਦੇਵਤਾ ਦੇ ਜਨਮ ਬਿਤਾਵਾਂਗੇ ਅਤੇ ਉਸ ਨੂੰ ਅਸੀਂ ਅਕਰਮ ਕਹਿੰਦੇ ਹਾਂ। ਉਸ ਦੇਵੀ ਦੇਵਤਾ ਸਤਯੁਗੀ ਜਨਮ ਨੂੰ ਅਸੀਂ ਅਕਰਮ ਕਹਿੰਦੇ ਹਾਂ, ਕਿਉਂਕਿ ਇਸ ਦੇ ਵਿੱਚ ਕੋਈ ਨੈਗੇਟਿਵਿਟੀ ਨਹੀਂ ਅਤੇ ਨਾ ਰੱਬ ਨੂੰ ਯਾਦ ਕਰਨ ਵਾਲੀ ਗੱਲ ਹੈ। ਪਰ ਫਿਰ ਜਦੋਂ ਅਸੀਂ ਗਿਰਨੇ ਹਾਂ, ਫਿਰ ਵਿਕਰਮ ਅਤੇ ਸੁਕਰਮ 3 ਕਰਮ ਦੀ ਗੱਲ ਕਰ ਰਹੇ ਹਾਂ ਜੀ। ਅੱਜ ਅਸੀਂ ਅਕਰਮ ਨੂੰ ਤੁਸੀਂ ਸਮਝ ਗਏ ਹੋ, ਪਰਮਧਾਮ ਤੋਂ ਨਿਆ ਆਤਮਾ ਜਦੋਂ ਆਉਂਦੀ ਉਹ ਅਕਰਮ ਨਿਊਟਰਲ ਹੈ। ਇਸ ਵੇਲੇ ਕਲਯੁਗ ਦੇ ਅੰਤ 'ਤੇ ਜੋ ਵੀ ਅਸੀਂ ਕਰਮ ਕਰ ਰਹੇ ਹਾਂ ਉਹ ਵਿਕਰਮ ਹੈ, ਇੱਕਦਮ ਵਿਕਾਰ ਨਾਲ ਭਰਿਆ। ਅਸੀਂ ਬੇਸ਼ੱਕ ਸਿਰਫ ਖਾਣਾ ਖਾ ਰਹੇ, ਖਾਣਾ ਬਣਾ ਰਹੇ, ਉਸ ਨੂੰ ਖਾਣਾ ਬਣਾ ਕੇ ਦੇ ਰਹੇ, ਅਸੀਂ ਸਮਝਦੇ ਅਸੀਂ ਅੱਛਾ ਕਰਮ ਕਰ ਰਹੇ ਹਾਂ, ਦੁਨਿਆਵੀ ਤੌਰ 'ਤੇ ਅੱਛਾ ਕਰਮ ਕਰ ਰਹੇ, ਪਰ ਗੁਰਬਾਣੀ ਅਤੇ ਗੁਰੂ ਅਕਾਲ ਪੁਰਖ ਦੇ ਹੁਕਮ ਦੁਆਰਾ ਵਿਕਰਮ ਹੈ। ਕਿਉਂ? ਕਿਉਂਕਿ ਅਸੀਂ ਆਪਣੇ ਆਪ ਨੂੰ ਸਰੀਰ ਸਮਝ ਕੇ ਕਰ ਰਹੇ ਹਾਂ। ਉਸ ਦੇ ਵਿੱਚ ਮੋਹ ਆਏਗੀ, ਉਸ ਦੇ ਵਿੱਚ ਸਾਨੂੰ ਦੁੱਖ ਹੋਏਗੀ। ਅਸੀਂ ਅੱਛਾ ਖਾਣਾ ਬਣਾਉਂਦੇ ਹਾਂ, ਕਿਸੇ ਨੇ ਉਸ ਨੂੰ ਪ੍ਰੇਜ਼ ਨਹੀਂ ਕੀਤਾ ਹੈ, ਕਿਸੇ ਨੇ ਉਸ ਨੂੰ ਅੱਛੀ ਤਰ੍ਹਾਂ ਨਹੀਂ ਖਾਧਾ, ਵੇਸਟ ਕੀਤਾ, ਸਾਨੂੰ ਦੁੱਖ ਲੱਗੇਗਾ। ਅਤੇ ਉਹ ਮਤਲਬ ਉਹ ਹਉਮੈ ਹੈਗਾ, ਉਸ ਦੇ ਵਿੱਚ ਮੋਹ ਹੈਗਾ। ਇਹ ਬਹੁਤ ਸੂਖਸ਼ਮ ਗੱਲਾਂ ਨੇ। ਹਉਮੈ ਅਤੇ ਮੋਹ ਤੋਂ ਸ਼ੁਰੂ ਹੁੰਦੀ ਹੈ, ਫਿਰ ਕ੍ਰੋਧ ਆਉਂਦੀ ਹੈ, ਫਿਰ ਕਾਮ, ਫਿਰ ਲੋਭ। ਅਤੇ ਇਸ ਵਾਸਤੇ ਵਿਕਰਮ ਹਰ ਇੱਕ ਕੰਮ ਅਸੀਂ ਬੇਸ਼ੱਕ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ। ਅਸੀਂ ਗੁਰਦੁਆਰਾ ਜਾ ਕੇ ਜੋੜਿਆਂ ਦਾ ਸੇਵਾ ਕਰਨੇ ਜਾਂ ਭਾਂਡੇ ਧੋਣ ਦਾ ਸੇਵਾ ਕਰਨੇ, ਅਸੀਂ ਸਮਝ ਰਹੇ ਹਾਂ ਕਿ ਅਸੀਂ ਮਤਲਬ ਬੜਾ ਵਧੀਆ ਕਰਮ ਕਰ ਰਹੇ ਹਾਂ। ਅੱਛੇ ਕਰਮ ਕਰ ਰਹੇ ਹਾਂ, ਪਰ ਫਿਰ ਵੀ ਵਿਕਰਮ ਹੈ, ਕਿਉਂਕਿ ਸਾਡੀ ਹਉਮੈ ਵੱਧ ਰਹੀ ਹੈ। ਜੇ ਅਸੀਂ ਉਹੀਓ ਕਰਮ ਕਰੀਏ, ਮਤਲਬ ਐਕਸ਼ਨਸ ਜਿਹੜੇ ਆ ਉਹ ਜੋ ਮਰਜ਼ੀ ਹੋਏ, ਭਾਂਡੇ ਧੋਣ ਦੀ ਹੋਏ ਜਾਂ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਪਾਲਣ ਦੀ, ਜਾਂ ਆਪਣੇ ਘਰ ਵਿੱਚ ਜੋੜਿਆਂ ਸਾਂਭਣ ਦੀ, ਆਪਣੇ ਘਰ ਦੇ ਭਾਂਡੇ ਮਾਂਜਣ ਜਾਂ ਗੁਰਦੁਆਰੇ ਦੇ ਭਾਂਡੇ ਮਾਂਜਣ, ਇਹ ਗੱਲ ਐਕਸ਼ਨ ਦੀ ਨਹੀਂ ਹੈ, ਗੱਲ ਅੰਦਰ ਦੀ ਹੈ ਕਿ ਮੇਰੇ ਮਨ ਵਿੱਚ ਮੈਂ ਅਕਾਲ ਪੁਰਖ ਨੂੰ ਰੱਖਿਆ ਕਿ ਨਹੀਂ। ਸਾਹ ਸਾਹ ਸਿਮਰੋ ਗੋਬਿੰਦ ਦੀ ਗੱਲ ਹੈ। ਜੇ ਮੈਂ ਅਕਾਲ ਪੁਰਖ ਨੂੰ ਮਨ ਵਿੱਚ ਰੱਖ ਕੇ ਕਰ ਰਹੀ ਹਾਂ, ਫਿਰ ਜੋ ਵੀ ਮੈਂ ਕਰ ਰਹੀ ਹਾਂ ਘਰ ਵਿੱਚ ਵੀ ਜਾਂ ਬਾਹਰ ਵੀ ਸੇਵਾ, ਉਹ ਸੁਕਰਮ ਹੈ। ਜੇ ਮੈਂ ਅਕਾਲ ਪੁਰਖ ਨੂੰ ਨਹੀਂ ਰੱਖਿਆ, ਫਿਰ ਉਹ ਵਿਕਰਮ ਹੈ। ਸੁਕਰਮ ਅਤੇ ਵਿਕਰਮ ਵਿਚਕਾਰ ਕੁਛ ਨਹੀਂ। ਆਈਦਰ ਵਿਦ ਗੋਡ ਔਰ ਜ਼ੀਰੋ, ਨੈਗੇਟਿਵ 5 ਵਿਕਾਰ। ਇਹ ਪੁਆਇੰਟ ਬਹੁਤ ਗਹਿਰਾ ਹੈ ਅਤੇ ਬਹੁਤ ਮੁਸ਼ਕਿਲ ਨਾਲ ਅਸੀਂ ਸਮਝਦੇ ਹਾਂ, ਪਰ ਜੇ ਅਸੀਂ ਸਮਝਦੇ ਹਾਂ, ਇਸ ਵਾਸਤੇ ਅਕਾਲ ਪੁਰਖ ਕਹਿੰਦੇ ਨੇ ਮੈਨੂੰ ਯਾਦ ਕਰ, ਘੜੀ ਘੜੀ ਮੈਨੂੰ ਯਾਦ ਕਰ, ਹਰ ਵਕਤ ਮੈਨੂੰ ਯਾਦ ਕਰ, ਸਾਹ ਹਰ ਸਵਾਸ ਦੇ ਨਾਲ ਮੈਨੂੰ ਯਾਦ ਕਰ। ਉਸ ਤਰ੍ਹਾਂ ਨਹੀਂ ਕਿ ਸਾਰਾ ਕੰਮ ਛੱਡ ਕੇ ਯਾਦ ਕਰਨਾ, ਮਨ ਦੇ ਤਸਵੀਰ ਦੇ ਵਿੱਚ ਅਸੀਂ ਉਸ ਨੂੰ ਯਾਦ ਕਰ ਸਕਦੇ ਹਾਂ। ਭਲਾ ਸਾਡਾ ਅੱਖਾਂ, ਸਾਡਾ ਮੂੰਹ, ਮੇਰਾ ਮੂੰਹ ਬੋਲ ਰਿਹਾ ਤੁਹਾਡੇ ਨਾਲ ਇਸ ਵੇਲੇ, ਰੱਬੀ ਗਿਆਨ ਗੱਲ ਕਰ ਰਹੇ ਹਾਂ ਜਾਂ ਕੋਈ ਵੀ ਗੱਲ ਕਰ ਰਹੇ ਹਾਂ, ਪਰ ਮਨ ਦੀ ਸਕਰੀਨ ਉੱਤੇ ਮੈਂ ਵੀ ਇਹੀਓ ਕੋਸ਼ਿਸ਼ ਕਰ ਰਹੀ ਹਾਂ ਅਤੇ ਇਹੀਓ ਕਰ ਰਹੀ ਹਾਂ ਕਿ ਮੇਰੇ ਮਨ ਦੀ ਸਕਰੀਨ ਦੇ ਉੱਤੇ ਮੈਂ ਅਤੇ ਅਕਾਲ ਪੁਰਖ ਦੀ ਮਿਲਨ ਹੋ ਰਹੀ ਹੈ। ਇਸ ਸਕਰੀਨ ਨੂੰ ਮੈਂ ਇੱਥੇ ਹੀ ਟਿਕਾ ਕੇ ਰੱਖਣੀ ਆ, ਫੋਕਸ, ਫੁੱਲ ਕੌਨਸਨਟ੍ਰੇਸ਼ਨ। ਮੈਂ ਬਾਬਾ ਦੇ ਨਾਲ ਹਾਂ, ਮੂੰਹ ਤੋਂ ਜੋ ਬੋਲ ਰਿਹਾ, ਹੱਥ ਨਾਲ ਜੋ ਕੰਮ ਕਰ ਰਹੇ ਹਾਂ, ਅਤੇ ਇਸੇ ਤਰ੍ਹਾਂ ਇਹਨੂੰ ਅਸੀਂ ਕरें ਕਰਮ ਯੋਗ। ਕਰਮ ਯੋਗ ਮਤਲਬ ਸੁਕਰਮ, ਰੱਬ ਨੂੰ ਯਾਦ ਕਰਦਿਆਂ ਕਿ ਮੈਂ ਆਤਮ ਕੌਨਸ਼ੀਅਸ, ਸੋਲ ਕੌਨਸ਼ੀਅਸ ਦੇ ਵਿੱਚ ਕੰਮ ਕਰਨਾ, ਨਾ ਕਿ ਸਰੀਰ ਬੋਡੀ ਕੌਨਸ਼ੀਅਸ ਦੇ ਵਿੱਚ। ਸੋਲ ਕੌਨਸ਼ੀਅਸ ਵਿੱਚ ਜਦੋਂ ਅਸੀਂ ਕਰਮ ਕਰਨੇ ਹਾਂ, ਫਿਰ ਉਸ ਕਰਮ ਨੂੰ ਅਸੀਂ ਕਹਿੰਦੇ ਹਾਂ ਸੁਕਰਮ। ਸੋਲ ਕੌਨਸ਼ੀਅਸ ਹੁੰਦੇ ਸਾਰ ਰੱਬੀ ਕੌਨਸ਼ੀਅਸ ਹੋ ਜਾਂਦਾ, ਕਿਉਂਕਿ ਜੇ ਮੈਂ ਆਤਮਾ ਅਤੇ ਉਸੇ ਵਕਤ ਆਪਣੇ ਆਤਮਾ ਦਾ ਜਿਹੜਾ ਆਤਮਾ ਕਿਸ ਦੇ ਨਾਲ ਜੁੜੀ ਹੈ, ਪਰਮਾਤਮਾ ਦੇ ਨਾਲ, ਪਰਮ ਦੇ ਨਾਲ, ਉਹ ਗਿਆਨ ਉਸੇ ਵੇਲੇ ਆ ਜਾਂਦੀ ਅਤੇ ਉਸੇ ਵੇਲੇ ਸੁਕਰਮ ਬਣ ਜਾਂਦਾ। ਪਰ ਜੇ ਮੈਂ ਉਂਝ ਕੰਮ ਕੀਤਾ ਅਤੇ ਮਨ ਵਿੱਚ ਉਵੇਂ ਚੱਲ ਰਿਹਾ ਕਿ ਅੱਗੋਂ ਮੇਰਾ ਸਕੈਡਿਊਲ ਕੀ ਹੈ, ਮੈਂ ਕੱਲ੍ਹ ਅੱਜ ਕੀ ਕਰਨਾ ਅਤੇ ਹੁਣ ਕਿੱਥੇ ਜਾਣਾ ਹੈ, ਉਹ ਕੀ ਕਰਨਾ ਹੈ, ਅੱਛਾ
ਉੱਥੇ ਸ਼ਹਿਰ ਜਾਣੇ ਜਾਂ ਕਿਸੇ ਨੂੰ ਫੋਨ ਕਰਨੇ, ਮੇਰੇ ਮਨ ਦੇ ਸਕਰੀਨ ਦੇ ਉੱਤੇ ਇਹ ਗੱਲਾਂ ਚੱਲ ਰਹੀਆਂ ਨੇ। ਇਹ ਗੱਲਾਂ ਅਸੀਂ ਕਰ ਸਕਦੇ ਹਾਂ, ਪਰ ਮਨ ਦੇ ਸਕਰੀਨ ਦੇ ਉੱਤੇ, ਮਨ ਦੇ ਵਿੱਚ ਅਕਾਲ ਪੁਰਖ ਨੂੰ ਟਿਕਾ ਕੇ ਜੋਤੀ ਬਿੰਦੂ, ਇਹ ਪ੍ਰੈਕਟਿਸ ਕਰਨੀ ਪਏਗੀ। ਅੰਮ੍ਰਿਤ ਵੇਲਾ ਉੱਠ ਕੇ ਇਹ ਪ੍ਰੈਕਟਿਸ ਕਰਨੀ ਪਏਗੀ, ਫਿਰ ਸਾਰਾ ਦਿਨ ਆਸਾਨ ਰਹੇਗਾ। ਅਤੇ ਹਰ ਘੰਟਾ ਵਿੱਚ ਅਲਾਰਮ ਲਗਾਉਣੀ ਪਏਗੀ ਕਿ ਮੈਂ ਰੱਬ ਨੂੰ ਯਾਦ ਕਰਨਾ। ਰੱਬ ਦੀ ਹੁਕਮ ਅਨੁਸਾਰ ਅਕਾਲ ਪੁਰਖ ਜਿਹੜੇ ਆਏ ਨੇ ਔਰ ਸਾਨੂੰ ਰੋਜ਼ ਸਮਝਾਉਂਦੇ ਨੇ, ਉਹ ਕਹਿ ਰਹੇ ਕਿ ਹਰ ਘੰਟੇ ਵਿੱਚ ਟ੍ਰੈਫਿਕ ਕੰਟਰੋਲ ਮਨ ਦੀ ਟ੍ਰੈਫਿਕ ਦੀ ਕੰਟਰੋਲ ਕਰਨੀ ਹੈ। ਮਨ ਇੱਥੇ ਉੱਥੇ ਭਟਕ ਰਿਹਾ ਬਹੁਤ, ਅਸੀਂ ਉਸ ਨੂੰ ਕਿਵੇਂ ਕੰਟਰੋਲ ਕਰਨਾ? ਅਕਾਲ ਪੁਰਖ ਨੂੰ ਮਿਲ ਕੇ। ਮੈਂ ਆਤਮਾ ਅਕਾਲ ਪੁਰਖ ਨੂੰ ਅਮਰਜੀਤ 'ਤੇ ਨਹੀਂ ਮਿਲ ਸਕਦੀ, ਸਰੀਰ 'ਤੇ ਨਹੀਂ ਮਿਲ ਸਕਦੀ, ਨਾ ਤੁਹਾਡਾ ਸਰੀਰ ਮਿਲ ਸਕਦਾ, ਨਾ ਕਿਸੇ ਦਾ ਸਰੀਰ ਮਿਲ ਸਕਦਾ। ਅਕਾਲ ਪੁਰਖ ਨੂੰ ਮਿਲਣ ਦਾ ਇੱਕੋ ਤਰੀਕਾ ਹੈ, ਆਪਣੇ ਆਪ ਨੂੰ ਅਕਾਲ ਦੇ ਰੂਪ, ਪੁਰਖ ਦੇ ਰੂਪ ਵਰਗਾ ਪਹਿਚਾਣੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਣ। ਮੈਂ ਜੋਤ ਸਰੂਪ ਹਾਂ, ਇਹ ਮੂਲ ਨੂੰ ਪਹਿਚਾਣਨਾ ਪਏਗਾ। ਇਹ ਮੂਲ ਨੂੰ ਪਹਿਚਾਣਿਆ ਅਤੇ ਉਸ ਇੱਕ ਓਂਕਾਰ ਨੂੰ ਵੀ ਪਹਿਚਾਣਿਆ, ਫਿਰ ਆਪਾਂ ਉਸ ਇੱਕ ਓਂਕਾਰ ਨੂੰ ਮਿਲਾਂਗੇ ਆਪਣਾ ਮੂਲ ਰੂਪ ਵਿੱਚ। ਫਿਰ ਜ਼ਰੂਰ ਜੋ ਵੀ ਕਰਮ ਅਸੀਂ ਕਰਾਂਗੇ ਉਹ ਉਸ ਨੂੰ ਕਹਿੰਦੇ ਸੁਕਰਮ। ਸੁਕਰਮ ਇੰਨਾ ਵਧੀਆ ਹੈ ਕਿ ਆਪਣੇ ਪੁਰਾਣੇ ਕਰਮ ਵੀ ਡਿਲੀਟ ਕਰ ਰਹੇ ਹਾਂ ਅਤੇ ਨਏ ਖਾਤੇ ਵੀ, ਅਕਾਊਂਟ ਵੀ ਡਿਪੋਜ਼ਿਟ ਹੋ ਰਿਹਾ। ਮਤਲਬ ਅਸੀਂ ਆਪਣੇ ਪੁਰਾਣੇ ਲੋਨਸ, ਆਪਣੇ ਪੁਰਾਣੇ ਕਰਜ਼ਾ ਚੁਕਾ ਰਹੇ ਹਾਂ, ਸਿਰਫ ਚੁਕਾ ਨਹੀਂ ਰਹੇ, ਸਾਥ ਜਮ੍ਹਾਂ ਕਰ ਰਹੇ ਹਾਂ। ਇੱਥੇ ਚੁੱਕ ਰਿਹਾ, ਇੱਥੇ ਜਮ੍ਹਾਂ ਡਬਲ ਹੋ ਰਿਹਾ, ਟ੍ਰਿਪਲ ਹੋ ਰਿਹਾ, 10 ਗੁਣਾ ਹੋ ਰਿਹਾ। ਪਰ ਇਸ ਜਨਮ ਵਿੱਚ ਵੀ ਅਸੀਂ ਸੁੱਖ ਪਾਵਾਂਗੇ, ਖੁਸ਼ੀ ਰਵਾਂਗੇ, ਕਿਸੇ ਦਾ ਗੱਲ ਸਾਨੂੰ ਸਤਾਏਗਾ ਨਹੀਂ। ਸਾਨੂੰ ਸੁਕਰਮ ਕਰਨਾ ਪਏਗਾ। ਇਸ ਵੇਲੇ ਅਕਰਮ ਨਹੀਂ ਹੈ ਅਸੀਂ, ਅਤੇ ਜੇ ਰੱਬ ਨੂੰ ਨਹੀਂ ਯਾਦ ਕੀਤਾ, ਇਹਦਾ ਮਤਲਬ ਅਸੀਂ ਵਿਕਰਮ ਵਿੱਚ ਹਾਂ। ਬੋਡੀ ਕੌਨਸ਼ੀਅਸਨੈਸ ਵਿੱਚ ਜੋ ਵੀ ਅਸੀਂ ਕਰ ਰਹੇ ਉਸ ਨੂੰ ਵਿਕਰਮ ਕਹਿੰਦੇ। ਮੈਂ ਜਦੋਂ ਇਹ ਚੈਪਟਰ ਸੁਣਿਆ ਸੀ, ਮੈਨੂੰ ਬਹੁਤ ਹੀ ਫੀਲ ਹੋਇਆ ਕਿ ਉਹ ਮੈਨੂੰ ਇੰਨਾ ਰੱਬ ਨੂੰ ਯਾਦ ਕਰਨਾ ਪਏਗਾ। ਹਾਂ, ਇੰਨਾ ਰੱਬ ਨੂੰ ਯਾਦ ਕਰਨਾ ਪਏਗਾ, ਇੰਨਾ ਜ਼ਰੂਰੀ ਹੋ ਗਿਆ। ਜਿੰਨਾ ਖਾਣਾ ਅਤੇ ਪੀਣਾ ਜ਼ਰੂਰੀ ਹੈ, ਇਸ ਸਰੀਰ ਵਿੱਚ ਰਹਿੰਦੇ ਆ, ਉਹ ਵੀ ਇੰਨਾ ਜ਼ਰੂਰੀ ਨਹੀਂ, ਕਿਉਂਕਿ ਸਰੀਰ 'ਤੇ ਜਿਸ ਤਰ੍ਹਾਂ ਵੀ ਹੈ ਛੱਡ ਕੇ ਜਾਣਾ ਹੀ ਹੈ। ਪਰ ਆਤਮ ਖੁਰਾਕ ਇੰਨਾ ਜ਼ਰੂਰੀ ਹੈਗਾ, ਕਿਉਂਕਿ ਆਤਮ ਖੁਰਾਕ ਤੋਂ ਬਿਨਾਂ ਮੈਂ ਖੁਸ਼ ਨਹੀਂ ਰਹਿ ਸਕਦੀ ਇਸ ਜਨਮ ਵਿੱਚ। ਮੈਂ ਸ਼ਾਂਤੀ ਵਿੱਚ ਨਹੀਂ ਰਹਿ ਸਕਦੀ, ਮੈਂ ਸੰਤੁਸ਼ਟ ਨਹੀਂ ਹੋ ਸਕਦੀ। ਮੇਰੇ ਅੰਦਰ ਸ਼ਕਤੀਆਂ ਹੀ ਨਹੀਂ ਹੋਏਗੀ, ਸਹਿਣ ਸ਼ਕਤੀ, ਸਮੇਟਣੇ ਕੀ ਸ਼ਕਤੀ, ਸਮਾਣੇ ਕੀ ਸ਼ਕਤੀ, ਇਹ ਮੇਰੇ ਵਿੱਚ ਹੋਏਗੀ ਨਹੀਂ। ਅਤੇ ਮੈਨੂੰ ਇਹ ਸ਼ਕਤੀਆਂ ਦੀ ਲੋੜ ਹੈਗਾ ਇਸ ਜਨਮ ਵਿੱਚ ਜਿਉਣ ਦਾ। ਔਰ ਬਾਕੀ ਜਿਹੜੀ ਲੋਟਰੀ ਮਿਲਣੀ ਅਗਲੀ 21 ਜਨਮ ਦਾ, ਉਹ ਤਾਂ ਵਾਹ, ਕਿਉਂ ਨਹੀਂ। ਅਤੇ ਦੇਵੀ ਦੇਵਤਿਆਂ ਨਾਲ ਅਸੀਂ ਖੇਡਣ ਆਵਾਂਗੇ ਸਤਯੁਗ ਵਿੱਚ, ਤ੍ਰੇਤਾ ਵਿੱਚ, ਵਾਹ, ਇਹ ਤਾਂ ਬੜੀ ਅੱਛੀ ਗੱਲ ਹੈ। ਅਤੇ ਕਿਉਂ ਨਾ ਫਿਰ ਅਸੀਂ ਘੜੀ ਰੱਬ ਨੂੰ ਯਾਦ ਕਰੀਏ। ਹਰ ਘੰਟਾ ਦੇ ਵਿੱਚ ਇੱਕ ਅਲਾਰਮ ਲਗਾਓ, ਉਸ ਅਲਾਰਮ ਸਾਨੂੰ ਇੰਨਾ ਯਾਦ ਕਰੇ ਕਿ ਅਸੀਂ 1 ਸੈਕਿੰਡ ਵਾਸਤੇ, 2 ਸੈਕਿੰਡ ਵਾਸਤੇ ਰੱਬ ਨੂੰ ਯਾਦ ਕਰੀਏ। ਬਸ ਇਹ ਜ਼ਰੂਰ ਕਰਨਾ, ਹੋਮਵਰਕ ਹੈ। ਸਵੇਰੇ ਉੱਠ ਕੇ ਗੁੱਡ ਮੋਰਨਿੰਗ ਕਰਨਾ ਅਤੇ ਘੜੀ ਹਰ ਘੰਟਾ 1 ਸੈਕਿੰਡ ਵਾਸਤੇ ਰੱਬ ਨੂੰ ਯਾਦ ਕਰਨਾ। ਵਕਤ ਨੂੰ ਵਹਿੰਦੇ ਹੋਏ ਆਪ ਜੀ ਤੋਂ ਇਜਾਜ਼ਤ ਲੈਂਦੀ ਹਾਂ। ਥੈਂਕ ਯੂ ਜੀ। ਫਿਰ ਮਿਲਾਂਗੇ ਇੱਕ ਓਂਕਾਰ, ਇੱਕ ਪਰਮਾਤਮਾ ਦੇ ਅਗਲੇ ਐਪੀਸੋਡ ਵਿੱਚ। ਓਮ ਸ਼ਾਂਤੀ, ਨਮਸਤੇ।